किताब ते सिख भी निगलिया गया। लेखक कुलबीर सिंह कौड़ा। भाग 21वां। आवाज़ गुरजंट सिंह रूपवाली। वाहिगुरू जी का खालसा वाहिगुरू जी की फतेह। सिख जराइम पेशा कौम, इन्हां दी इज्जत ना पहलां सी ना हुण है। ਗਿਆਨੀ ਕਰਤਾਰ ਸਿੰਘ ਦੇ ਮੇਰੇ ਮਾਮੇ ਨਾਲ ਬਹੁਤ ਚੰਗੇ ਸਬੰਧ ਸਨ। ਉਹਨਾਂ ਨੇ ਗਿਆਨੀ ਜੀ, ਜੋ ਉਦੋਂ ਪੰਜਾਬ ਸਰਕਾਰ ਵਿੱਚ ਮੰਤਰੀ ਸਨ, ਨੂੰ ਕਹਿ ਕੇ ਫਿਲੌਰ ਲਾਗੇ ਪਿੰਡ ਤੇਗ ਵਿੱਚ ਆਪਣੀ ਜ਼ਮੀਨ ਦੀ ਅਲਾਟਮੈਂਟ ਕਰਵਾ ਲਈ, ਕਿਉਂਕਿ ਇਸ ਪਿੰਡ ਦੀ ਜ਼ਮੀਨ ਤਹਿਸੀਲ ਫਿਲੌਰ 'ਚ ਸਭ ਤੋਂ ਉਪਜਾਊ ਗਿਣੀ ਗਈ ਸੀ। ਇੱਕ ਦਿਨ ਪਿੰਡ ਵਿੱਚ ਹੱਟੀ ਵਾਲੇ ਅਰੋੜਿਆਂ ਦੇ ਘਰ ਚੋਰੀ ਹੋ ਗਈ। ਫਿਲੌਰ ਥਾਣੇ ਦੀ ਪੁਲਿਸ ਪਿੰਡ ਵਿੱਚ ਆਈ। ਹਿੰਦੂ ਝਾਂਗੀ ਵੱਡਾ ਥਾਣੇਦਾਰ ਆਪਣੇ ਨਾਲ ਇੱਕ ਖੋਜੀ ਲਿਆਇਆ। ਥਾਣੇਦਾਰ ਦੇ ਆਉਣ ਤੋਂ 2 ਘੰਟੇ ਪਹਿਲਾਂ ਇੱਕ ਤਫਤੀਸ਼ੀ ਹੌਲਦਾਰ ਤੇ 4 ਸਿਪਾਹੀ ਆਏ। ਉਹਨਾਂ ਨੇ ਸਾਰੇ ਪਿੰਡ ਵਿੱਚੋਂ ਸਾਰੇ ਚੁੱਲ੍ਹਿਆਂ ਦੀ ਘੱਟੋ ਘੱਟ 2 ਗੱਡੇ ਸਵਾਹ ਇਕੱਠੀ ਕੀਤੀ ਤੇ ਜਿਸ ਘਰ ਵਿੱਚ ਚੋਰੀ ਹੋਈ ਸੀ ਉਸ ਤੋਂ ਥੋੜੀ ਦੂਰ ਪਰੇ ਇੱਕ ਖਾਲੀ ਪਲਾਟ ਵਿੱਚ ਵਿਛਵਾ ਦਿੱਤੀ। ਮੇਜ਼ ਤੇ ਕੁਰਸੀਆਂ ਸਿਰਫ ਮੇਰੇ ਮਾਮਿਆਂ ਦੇ ਘਰ ਸਨ, ਉੱਥੋਂ ਲੈ ਕੇ ਥਾਣੇਦਾਰ ਲਈ ਰੱਖੀਆਂ ਗਈਆਂ। ਉਦੋਂ ਥਾਣੇਦਾਰ ਤੇ ਇੱਕ ਹੌਲਦਾਰ ਕੁਰਸੀ ਤੇ ਬੈਠਦੇ ਸਨ, ਜਾਂ ਕੋਈ ਪੁਰਾਣਾ ਜੈਲਦਾਰ ਹੋਵੇ ਤਾਂ ਉਹ ਬੈਠਦਾ ਸੀ। ਲੰਬੜਦਾਰ ਨਿੱਕੀ ਮੰਜੀ ਤੇ ਅਤੇ ਬਾਕੀ ਸਾਰਾ ਪਿੰਡ ਥੱਲੇ ਜ਼ਮੀਨ ਤੇ ਬੈਠਦਾ ਸੀ। ਦਰੀ ਸਿਰਫ ਤਹਿਸੀਲਦਾਰ ਦੇ ਦੌਰੇ ਤੇ ਵਿਛਾਈ ਜਾਂਦੀ ਸੀ, ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਦੇ ਇੰਤਕਾਲਜੂ ਹੁੰਦੇ ਸਨ। ਪੁਲਿਸ ਦੇ ਆਉਣ ਤੇ ਦਰੀ ਨਹੀਂ ਸੀ ਵਿਛਦੀ। ਸਾਰੇ ਪੈਰਾਂ ਭਾਰ ਜ਼ਮੀਨ ਤੇ ਹੀ ਬੈਠਦੇ ਸਨ, ਜਾਂ ਵੱਧ ਤੋਂ ਵੱਧ ਇੱਕ ਇੱਟ ਚਿੱਤੜਾਂ ਥੱਲੇ ਰੱਖ ਲੈਂਦੇ ਸਨ। ਹੁਣ ਹੋਇਆ ਇਹ ਕਿ ਮੇਰਾ ਵੱਡਾ ਮਾਮਾ ਉਸ ਜ਼ਮਾਨੇ ਵਿੱਚ MA ਪਾਸ ਸੀ, ਜਦੋਂ 8ਵੀਂ ਪੜ੍ਹਿਆ ਹੋਇਆ ਨਾਇਬ ਤਹਿਸੀਲਦਾਰ ਲੱਗਦਾ ਸੀ। ਮੇਰਾ ਛੋਟਾ ਮਾਮਾ BA ਸੀ ਤੇ ਉਸ ਤੋਂ ਛੋਟਾ ਜਸਵੰਤ ਸਿੰਘ ਵੀ BA ਪਾਸ ਸੀ ਤੇ ਨਾਲੇ ਵਧੀਆ ਖਿਡਾਰੀ ਵੀ ਸੀ। ਸਾਰੇ FC ਕਾਲਜ ਲਾਹੌਰ ਦੇ ਪੜ੍ਹੇ ਹੋਏ ਸਨ। ਛੋਟਾ ਮਾਮਾ ਅੰਗਰੇਜ਼ ਦੇ ਰਾਜ ਵੇਲੇ ਛੋਟਾ ਥਾਣੇਦਾਰ ਭਰਤੀ ਹੋਇਆ ਸੀ ਤੇ ਨੌਕਰੀ ਇਸ ਲਈ ਛੱਡ ਕੇ ਆਇਆ ਸੀ ਕਿ ਉਹ ਮਨੁੱਖੀ ਅਧਿਕਾਰਾਂ ਨੂੰ ਨਹੀਂ ਸੀ ਕੁਚਲ ਸਕਦਾ। ਹੋਇਆ ਇਸ ਤਰ੍ਹਾਂ ਕਿ ਸਾਂਗਲੇ ਤੋਂ ਹੁਣ ਪਾਕਿਸਤਾਨ ਵਿੱਚ ਇੱਕ ਚੋਰ ਫੜਿਆ ਗਿਆ। ਉਸ ਨੂੰ ਗੱਡੀ ਤੇ ਬਿਠਾ ਕੇ ਲਾਇਲਪੁਰ ਲਿਆਉਣਾ ਸੀ। ਪਹਿਲਾਂ ਤਾਂ ਉਹ ਬੰਦਾ ਪਿੰਡ ਵਾਲਿਆਂ ਨੇ ਇੱਕ ਦਿਨ ਪਹਿਲਾਂ ਦਾ ਫੜਿਆ ਹੋਇਆ ਸੀ। ਰੋਟੀ ਪਾਣੀ ਕੋਈ ਨਾ ਦਿੱਤਾ, ਟਾਲੀ ਨਾਲ ਬੰਨਿਆ ਹੋਇਆ ਸੀ। ਜਿਹੜਾ ਆਵੇ ਲੱਤ ਮਾਰ ਜਾਵੇ ਜਾਂ ਚਪੇੜ ਮਾਰ ਜਾਵੇ। ਦੂਜੇ ਦਿਨ ਪੁਲਿਸ ਗਈ, ਚੋਰ ਨੂੰ ਸਟੇਸ਼ਨ ਤੇ ਲਿਆਂਦਾ। ਉਹ ਦਿਨ ਗੱਡੀ ਹੀ ਨਾ ਆਈ। ਸਵੇਰੇ ਗੱਡੀ ਵਿੱਚ ਬੈਠੇ, ਜਿੱਥੇ ਸਟੇਸ਼ਨ ਆਵੇ ਉੱਥੇ ਹੀ ਪੁਲਿਸ ਵਾਲੇ ਉਤਰ ਕੇ ਕਦੇ ਚਾਹ ਪਾਣੀ ਪੀਣ, ਕਦੇ ਪੂੜੀਆਂ ਖਾਣ, ਪਰ ਚੋਰ ਭੁੱਖਣ ਭਾਣਾ ਹੱਥ ਘੜੀਆਂ ਨਾਲ ਜਕੜਿਆ, ਬਿੱਲੀ ਵਰਗਾ ਮੂੰਹ ਬਣਾਈ, ਗੁੱਠ ਵਿੱਚ ਗੱਡੀ ਦੇ ਫਰਸ਼ ਤੇ ਬੈਠਾ ਰਿਹਾ। ਚੋਰ ਆਖੇ ਮੇਰੇ ਤੇ ਕਤਲ ਦਾ ਮੁਕੱਦਮਾ ਪਾ ਦਿਓ, ਪਰ ਕੁਝ ਖਾਣ ਨੂੰ ਤਾਂ ਦਿਓ। ਮੇਰੇ ਮਾਮੇ ਜਸਵੰਤ ਸਿੰਘ ਨੂੰ ਬਹੁਤ ਤਰਸ ਆਇਆ। ਉਹਨੇ ਅਗਲੇ ਸਟੇਸ਼ਨ ਤੇ ਚੋਰ ਨੂੰ ਗੱਡੀਆਂ ਥੱਲੇ ਉਤਾਰ ਲਿਆ ਤੇ ਪੂੜੀਆਂ ਵਾਲੇ ਨੂੰ ਕਿਹਾ, ਜਿੰਨਾ ਚਿਰ ਇਹ ਰੱਜੇ ਨਾ ਕਿਸੇ ਹੋਰ ਨੂੰ ਪੂੜੀ ਨਾ ਦੇਈ। ਉਹਨੇ ਪਹਿਲਾਂ ਹੀ 10 ਰੁਪਏ ਦਾ ਨੋਟ ਪੂੜੀਆਂ ਵਾਲੇ ਨੂੰ ਫੜਾ ਦਿੱਤਾ, ਮਤਾਂ ਕਿਤੇ ਉਹ ਇਹ ਨਾ ਸਮਝੇ ਕਿ ਪੁਲਿਸ ਦਾ ਮਾਮਲਾ ਹੈ। ਪੂੜੀਆਂ ਖਾ ਲੈਣ ਤੋਂ ਬਾਅਦ ਸ਼ਾਇਦ ਪੈਸੇ ਹੀ ਨਾ ਦੇਣ। ਕੱਟੜ ਹਿੰਦੂ ਹੌਲਦਾਰ ਨੇ ਇਸ ਸਾਰੀ ਗੱਲ ਦੀ ਰਿਪੋਰਟ ਵੱਡੇ ਥਾਣੇਦਾਰ ਨੂੰ ਕੀਤੀ। ਉਹ ਵੀ ਪੰਜਾਬੀ ਝਾਂਗੀ ਹਿੰਦੂ ਸੀ। ਉਸ ਨੇ ਮਿਰਚ ਮਸਾਲਾ ਲਾ ਕੇ ਇਹੋ ਹੀ ਰਿਪੋਰਟ ਡਿਪਟੀ ਨੂੰ ਕੀਤੀ ਤੇ ਡਿਪਟੀ ਨੇ ਜਸਵੰਤ ਸਿੰਘ ਥਾਣੇਦਾਰ ਨੂੰ ਬੁਲਾਇਆ। ਜਦੋਂ ਉਸ ਨੇ ਸਾਰੀ ਗੱਲ ਦੱਸੀ ਤਾਂ ਅੰਗਰੇਜ਼ ਡਿਪਟੀ ਨੇ ਕਿਹਾ, ਇਹ ਤਾਂ ਕੋਈ ਜੁਰਮ ਨਹੀਂ। ਜੁਰਮ ਤਾਂ ਉਹਨਾਂ ਨੇ ਕੀਤਾ ਹੈ ਜਿਨ੍ਹਾਂ ਨੇ ਉਸ ਬੰਦੇ ਨੂੰ, ਭਾਵੇਂ ਉਹ ਚੋਰ ਹੀ ਕਿਉਂ ਨਾ ਹੋਵੇ, ਭੁੱਖਾ ਰੱਖਿਆ ਹੈ। ਉਸ ਡਿਪਟੀ ਨੇ SP ਨਾਲ ਗੱਲ ਕੀਤੀ ਤੇ ਹੌਲਦਾਰ ਨੂੰ ਮੁਅੱਤਲ ਤੇ ਵੱਡੇ ਥਾਣੇਦਾਰ ਵਿਰੁੱਧ ਵਿਭਾਗੀ ਕਾਰਵਾਈ ਕੀਤੀ। ਹੁਣ ਕੋਈ ਇਹ ਦੱਸੇ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਅੰਗਰੇਜ਼ਾਂ ਨੇ ਕੀਤਾ ਕਿ ਆਜ਼ਾਦ ਭਾਰਤ ਵਿੱਚ ਹੋਇਆ। ਪਰ ਮੇਰੇ ਮਾਮੇ ਦਾ ਮਨ ਬਹੁਤ ਖੱਟਾ ਹੋ ਗਿਆ। ਘਰ ਖੇਤੀਬਾੜੀ ਬਹੁਤ ਅੱਛੀ ਸੀ, ਝੱਟ ਅਸਤੀਫਾ ਦੇ ਦਿੱਤਾ। ਜਦੋਂ ਲੋਕਾਂ ਨੂੰ ਸੰਗਮਰਮਰ ਕਹਿਣਾ ਨਹੀਂ ਸੀ ਆਉਂਦਾ ਤੇ ਇਸ ਨੂੰ ਸੰਖ ਮਲਮਲ ਕਹਿੰਦੇ ਹੁੰਦੇ ਸਨ, ਉਦੋਂ ਮੇਰੇ ਨਾਨਕਿਆਂ ਦੇ ਫਰਸ਼ ਤੇ ਚੁਗਾਠਾਂ ਵਧੀਆ ਸੰਗਮਰਮਰ ਦੀਆਂ ਸਨ। ਇਸ ਤਰ੍ਹਾਂ ਦਾ ਰਹਿ ਚੁੱਕਾ ਥਾਣੇਦਾਰ ਹੁਣ ਭਾਰਤ ਵਿੱਚ ਆ ਚੁੱਕਾ ਸੀ। ਉਹ ਭੁੱਲ ਗਿਆ ਸੀ ਕਿ ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ। ਅੰਗਰੇਜ਼ ਕਾਨੂੰਨ ਨਾਲ ਚੱਲਦਾ ਸੀ,
ਪਰ ਆਜ਼ਾਦ ਭਾਰਤ ਦੇ ਹਿੰਦੂ ਗਵਰਨਰ ਚੰਦੂ ਲਾਲ ਤਰਵੇਦੀ ਦੇ ਹੁਕਮ ਨਾਲ ਚੱਲਦੇ ਸਨ। ਫਿਲੌਰ ਦੇ ਪਿੰਡ ਤੇਂਗ ਵਿੱਚ ਪੁਲਸੀਆਂ ਵੱਲੋਂ ਇਕੱਠੀ ਕੀਤੀ ਗਈ ਚੁੱਲ੍ਹਿਆਂ ਦੀ ਸਵਾਹ ਜ਼ਮੀਨ ਤੇ ਵਿਛਾਈ ਗਈ। ਸਾਰਿਆਂ ਨੂੰ ਚਾਰ ਦੀਆਂ ਟੋਲੀਆਂ ਵਿੱਚ ਜ਼ਮੀਨ ਤੇ ਵੱਖਰੇ ਵੱਖਰੇ ਬਿਠਾਇਆ ਗਿਆ। ਫਿਰ ਇੱਕ ਸਿੱਖ ਦਾ ਹੱਥ ਦੂਜੇ ਸਿੱਖ ਦੇ ਪਰਲੇ ਮੋਢੇ ਤੇ, ਦੂਜੇ ਦਾ ਹੱਥ ਤੀਜੇ ਦੇ ਪਰਲੇ ਮੋਢੇ ਤੇ, ਤੀਜੇ ਦਾ ਹੱਥ ਚੌਥੇ ਦੇ ਪਰਲੇ ਮੋਢੇ ਤੇ ਰਖਵਾ ਕੇ ਪੰਜਾਲੀ ਵਿੱਚ ਜੁੱਤੇ ਬਲਦਾਂ ਵਾਂਗ ਹਰਨਾੜੀ ਜਾਈ ਬਣਾ ਦਿੱਤੀ ਤੇ ਉਹਨਾਂ ਨੂੰ ਸਵਾਹ ਤੇ ਚੱਲਣ ਲਈ ਹੁਕਮ ਦਿੱਤਾ ਗਿਆ। ਜਦੋਂ ਚਾਰ ਸਿੱਖ ਸਵਾਹ ਤੇ ਤੁਰਦੇ ਤਾਂ ਉਹਨਾਂ ਦੇ ਪੈਰਾਂ ਦੀ ਜਾਂਚ ਉਹ ਖੋਜੀ ਕਰਦਾ ਜਿਹੜਾ ਵੱਡਾ ਥਾਣੇਦਾਰ ਚੋਰੀ ਦਾ ਪਤਾ ਲਾਉਣ ਲਈ ਆਪਣੇ ਨਾਲ ਲਿਆਇਆ ਸੀ। ਉਹ ਕੋਈ ਪ੍ਰਵਾਨਿਤ ਖੋਜੀ ਨਹੀਂ ਸੀ ਤੇ ਨਾ ਹੀ ਉਹਨੂੰ ਕੋਈ ਕਾਨੂੰਨ ਵੱਲੋਂ ਮਾਨਤਾ ਸੀ। ਇਸ ਤਰ੍ਹਾਂ ਦੇ ਖੋਜੀ ਉਦੋਂ ਬਥੇਰੇ ਤੁਰੇ ਫਿਰਦੇ ਸਨ, ਪਰ ਅਦਾਲਤਾਂ ਇਹਨਾਂ ਨੂੰ ਕੋਈ ਮਾਨਤਾ ਨਹੀਂ ਸਨ ਦਿੰਦੀਆਂ। ਉਹ ਖੋਜੀ 4.5 ਫੁੱਟ ਦੀ ਬਾਂਸ ਦੀ ਛੋਟੀ ਲੈ ਕੇ ਹਰਨਾੜੀ ਦੇ ਮਗਰ ਤੁਰਦਾ ਤੇ ਸੰਨ ਦੇ ਨੱਪੇ ਹੋਏ ਖੁਰੇ ਨਾਲ ਮਿਲਾ ਕੇ ਪੈਰਾਂ ਦੇ ਨਿਸ਼ਾਨ ਵੇਖਦਾ ਕਿ ਕਿਤੇ ਇਹਨਾਂ ਚੌਹਾਂ ਵਿੱਚੋਂ ਕੋਈ ਚੋਰ ਤਾਂ ਨਹੀਂ। ਮੇਰੇ ਚਾਰੇ ਮਾਮੇ ਮਹਿੰਦਰ ਸਿੰਘ ਐਮਏ, ਕਰਮਜੀਤ ਸਿੰਘ ਬੀਏ, ਜਸਵੰਤ ਸਿੰਘ ਸਾਬਕਾ ਥਾਣੇਦਾਰ ਤੇ ਖੇਤੀ ਕਰਨ ਵਾਲੇ ਸ਼ਾਂਤਾ ਸਿੰਘ ਨੂੰ ਵੀ ਹਰਨਾੜੀ ਬਣਨ ਦਾ ਹੁਕਮ ਦਿੱਤਾ ਗਿਆ। ਮੇਰੇ ਥਾਣੇਦਾਰ ਮਾਮੇ ਨੇ ਕਿਹਾ, ਮਾਲਕ ਸਾਹਿਬ, ਮੈਂ ਵੀ ਤੁਹਾਡੇ ਮਹਿਕਮੇ ਵਿੱਚ ਰਿਹਾ ਹਾਂ। ਅਜੇ ਇਹ ਗੱਲ ਮੇਰੇ ਮਾਮੇ ਦੇ ਮੂੰਹ ਵਿੱਚ ਹੀ ਸੀ ਕਿ ਹਿੰਦੂ ਝਾਂਗੀ ਵੱਡੇ ਥਾਣੇਦਾਰ ਨੇ ਕਿਹਾ, ਚੁੱਪ ਕਰ ਓਏ ਸਿਖੜੇ ਦਾ ਪੁੱਤਰਾ, ਜ਼ਬਾਨ ਖਿੱਚ ਲਾਂਗਾਈ ਓਏ। ਬੰਦੇ ਦਾ ਪੁੱਤਰ ਬਣ ਕੇ ਸਵਾਹ ਤੇ ਤੁਰ, ਨਹੀਂ ਤਾਂ ਦਾੜੀ ਪੁੱਟ ਕੇ ਹੱਥ ਫੜਾ ਦੇ ਸਾਂ। ਨਿੱਕੀ ਮੰਜੀ ਤੇ ਬੈਠੇ ਤੇਗ ਸਿੰਘ ਦੇ ਲੰਬੜਦਾਰ ਨੇ ਕਿਹਾ, ਮਾਲਕ ਸਾਹਿਬ, ਸਰਦਾਰ ਜਸਵੰਤ ਸਿੰਘ ਵੀ ਤੁਹਾਡੇ ਵਾਂਗ ਹੀ ਥਾਣੇਦਾਰ ਰਿਹਾ ਹੈ ਤੇ ਬੜਾ ਇੱਜ਼ਤਦਾਰ ਆਦਮੀ ਹੈ। ਇਹ ਚਾਰੇ ਭਰਾ ਬੜੇ ਵੱਡੀ ਅਲਾਟੀ ਹਨ ਤੇ ਸਾਰੇ ਤੇਂਗ ਪਿੰਡ ਵਿੱਚ ਸਭ ਤੋਂ ਜ਼ਮੀਨ ਜ਼ਿਆਦਾ ਇਹਨਾਂ ਕੋਲ ਹੀ ਹੈ। ਮਲਕ ਨੇ ਬੈਂਤ ਦਾ ਸੋਟਾ ਜਿਹੜਾ ਉਹਦੇ ਕੁੱਲੇ ਵਾਲੀ ਪੱਗ ਦੇ ਲਾਗੇ ਮੇਜ਼ ਦੇ ਨਾਲ ਹੀ ਟਿਕਾ ਕੇ ਰੱਖਿਆ ਹੋਇਆ ਸੀ ਚੁੱਕਿਆ ਤੇ ਤਾੜ ਕਰਦਾ ਨੰਬਰਦਾਰ ਦੇ ਮੋਰਾਂ ਵਿੱਚ ਮਾਰਿਆ ਤੇ ਹੁਕਮ ਦਿੱਤਾ, ਚੱਲ ਉੱਠ, ਤੂੰ ਵੀ ਸਵਾਹ ਤੇ ਤੁਰ। ਨੰਬਰਦਾਰ ਚੋਰੀਆਂ ਨਹੀਂ ਕਰਿੰਦੇ, ਧੀ ਜਵੇ ਦੇ ਤੁਰ ਪੈਂਦੇ ਨੇ ਮੱਤਾਂ ਦੇਣ। ਜਿਹੜੇ ਚਵਲ ਸਿੱਖ ਅੱਜ ਇਹ ਕਹਿੰਦੇ ਹਨ ਕਿ ਸੰਤ ਭਿੰਡਰਾਂ ਵਾਲੇ ਤੋਂ ਪਹਿਲਾਂ ਸਿੱਖਾਂ ਦੀ ਬੜੀ ਇੱਜ਼ਤ ਹੁੰਦੀ ਸੀ, ਮੈਂ ਉਹਨਾਂ ਸਿੱਖਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਗੱਲ ਕਦੋਂ ਦੀ ਹੈ? ਆਜ਼ਾਦੀ ਤੋਂ ਬਾਅਦ ਤਾਂ ਇਹ ਇੱਜ਼ਤ ਸੀ ਜਿਹੜੀ ਮੈਂ ਦੱਸੀ। ਜੇ ਪੜ੍ਹੇ ਲਿਖੇ ਪਰਿਵਾਰਾਂ ਦੀ ਇੰਨੀ ਦੁਰਦਸ਼ਾ ਸੀ ਤਾਂ ਫਿਰ ਆਮ ਬੰਦੇ ਦਾ ਕੀ ਹਾਲ ਹੋਵੇਗਾ? ਲੱਭੋ ਕੋਈ ਸਿੱਖ ਪਰਿਵਾਰ ਜਿਸ ਵਿੱਚ ਭਲੇ ਜ਼ਮਾਨੇ ਵਿੱਚ ਕੋਈ ਇੰਨਾ ਪੜ੍ਹਿਆ ਲਿਖਿਆ ਤੇ ਵਧੀਆ ਪਰਿਵਾਰ ਹੋਵੇ ਜਿੰਨਾ ਮੇਰੇ ਮਾਮਿਆਂ ਦਾ ਸੀ। ਮੈਂ ਇਸ ਕਰਕੇ ਨਹੀਂ ਕਹਿੰਦਾ ਕਿ ਉਹ ਮੇਰੇ ਮਾਮੇ ਸਨ, ਉਹਨਾਂ ਦਾ ਰੁਤਬਾ ਮੈਂ ਉੱਪਰ ਲਿਖਿਆ ਹੈ, ਕੋਈ ਚੈਲੰਜ ਕਰਕੇ ਵਿਖਾਵੇ। ਮੇਰਾ ਮਾਮਾ ਜਸਵੰਤ ਸਿੰਘ ਵੀ ਤਾਂ ਪੁਲਿਸ ਦੀ ਭਾਸ਼ਾ ਵਿੱਚ ਵੱਡੇ ਥਾਣੇਦਾਰ ਮਲਕ ਦਾ ਪੇਟੀ ਬੰਨ ਪਾਈ ਸੀ, ਪਰ ਇੱਕ ਫਰਕ ਸੀ, ਹਿੰਦੂ ਲਾਲ ਤਰਵੇਦੀ ਦੇ ਹਿਸਾਬ ਨਾਲ ਉਹ ਸਿੱਖ ਸੀ ਤੇ ਹਰ ਸਿੱਖ ਸ਼ੱਕੀ ਸੀ। ਜਦੋਂ ਹਰ ਸਿੱਖ ਸ਼ੱਕੀ ਸੀ ਤਾਂ ਸਿੱਧੀ ਗੱਲ ਹੈ ਕਿ ਹਰ ਹਿੰਦੂ ਸ਼ੱਕੀ ਨਹੀਂ ਸੀ। ਪਹਿਲਾਂ ਤਾਂ ਮੁਜਰਮ ਸਿੱਖਾਂ ਵਿੱਚੋਂ ਹੀ ਲੱਭਣਾ ਸੀ, ਜੇ ਸਿੱਖਾਂ ਵਿੱਚੋਂ ਨਾ ਲੱਭੇ ਤਾਂ ਸ਼ੱਕ ਦੀ ਸੂਈ ਦਲਿਤਾਂ ਵੱਲ ਘੁੰਮਦੀ ਸੀ। ਉਹ ਵਿਚਾਰੇ ਤਾਂ 5000 ਸਾਲ ਤੋਂ ਹੀ ਸ਼ੱਕੀ ਹਨ। ਸਿੱਖਾਂ ਨੂੰ ਸ਼ੱਕੀ ਤਾਂ ਪੰਜਾਬ ਦੇ ਗਵਰਨਰ ਚੰਦੂ ਲਾਲ ਤਰਵੇਦੀ ਨੇ ਬਣਾਇਆ ਸੀ, ਪਰ ਦਲਿਤਾਂ ਨੂੰ ਤਾਂ ਮੰਨੂ ਨੇ ਸ਼ੱਕੀ ਕਰਾਰ ਦਿੱਤਾ ਹੋਇਆ ਸੀ ਤੇ ਸਿੱਖ ਵੀ ਇਹਨਾਂ ਨੂੰ ਸ਼ੱਕੀ ਹੀ ਸਮਝਦੇ ਸਨ। ਅਸਲ ਵਿੱਚ ਪੰਜਾਬ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ। ਇੱਕ ਬੰਦਾ ਘਰੋਂ ਭੱਜ ਕੇ ਬੰਬਈ ਫਿਲਮਾਂ ਦੀ ਐਕਟਿੰਗ ਸਿੱਖਣ ਲਈ ਐਕਟਿੰਗ ਸਕੂਲ ਵਿੱਚ ਗਿਆ ਤੇ ਦਾਖਲਾ ਲੈ ਲਿਆ। ਉਸ ਨੇ ਐਕਟਿੰਗ ਸਿਖਾਉਣ ਵਾਲੇ ਪ੍ਰੋਫੈਸਰ ਨੂੰ ਪੁੱਛਿਆ, ਤੁਸੀਂ ਮੈਨੂੰ ਐਕਟਿੰਗ ਸਿਖਾਓਗੇ? ਪ੍ਰੋਫੈਸਰ ਨੇ ਕਿਹਾ, ਸਿਖਾਵਾਂਗੇ ਤਾਂ ਬਾਅਦ ਵਿੱਚ, ਪਹਿਲਾਂ ਤੈਨੂੰ ਸਭ ਕੁਝ ਭੁਲਾਵਾਂਗੇ। ਇਹੋ ਕੁਝ ਹੀ ਸਿੱਖਾਂ ਤੇ ਦਲਿਤਾਂ ਨਾਲ ਆਜ਼ਾਦ ਭਾਰਤ ਵਿੱਚ ਵਾਪਰਿਆ। ਗਰਮੀ ਬਹੁਤ ਹੋਣ ਕਰਕੇ ਪੱਖੇ ਥੱਲੇ ਬੈਠੇ ਆੜਤੀ ਨੇ ਬਾਹਰ ਮੰਡੀ ਦੇ ਫੜ ਤੇ ਜੱਟਾਂ ਦੀ ਟਰਾਲੀ ਨੂੰ ਲਾਉਂਦਿਆਂ ਵੇਖ ਕੇ ਦੂਜੇ ਨੂੰ ਕਿਹਾ, ਇਹ ਜੱਟ ਨਾ ਹੋਣ ਤਾਂ ਫਿਰ ਕਿਵੇਂ ਹੋਏ? ਫਿਰ ਬੰਦਿਆਂ ਨੂੰ ਵਾਹੀ ਕਰਨੀ ਪੈ ਜਾਏ, ਹੋਰ ਕੀ? ਦੂਜੇ ਆੜਤੀ ਨੇ ਕਿਹਾ, ਅਗਲੇ ਇਹਨਾਂ ਨੂੰ ਬੰਦੇ ਹੀ ਨਹੀਂ ਸਮਝਦੇ ਤੇ ਸਿੱਖ ਝੁੱਡੀ ਕਹਿੰਦੇ ਹਨ ਕਿ ਸਾਨੂੰ ਸਰਦਾਰ ਜੀ ਕਹਿੰਦੇ ਹਨ। ਇਹਨਾਂ ਨੂੰ ਲਾਲਿਆਂ ਮਹਾਜਨਾਂ ਦਾ ਸਰਦਾਰ ਜੀ ਕਹਿਣਾ ਉਸੇ ਤਰ੍ਹਾਂ ਹੈ ਜਿਵੇਂ ਕਈ ਵਾਰ ਖੋਤੇ ਨੂੰ ਥਾਣੇਦਾਰ
ਤੇ ਅੰਨੇ ਨੂੰ ਸੂਰਮਾ ਸਿੰਘ ਕਿਹਾ ਜਾਂਦਾ ਹੈ, ਜਾਂ ਹਰ ਬਿਹਾਰੀ ਤੇ ਯੂਪੀ ਦੇ ਰਹਿਣ ਵਾਲੇ ਨੂੰ ਭਈਆ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਭਰਾ। ਮਾਲ ਦਾ ਸਾਰਾ ਮਹਿਕਮਾ ਲਗਭਗ ਮੁਸਲਮਾਨਾਂ ਦੇ ਰਾਜ ਤੋਂ ਲੈ ਕੇ ਹੁਣ ਤੱਕ ਹਿੰਦੂਆਂ ਦੇ ਹੱਥ ਵਿੱਚ ਰਿਹਾ ਹੈ। ਤਿੰਨਾਂ ਆਨਿਆਂ ਦੇ ਪਟਵਾਰੀ ਨੂੰ 40 ਕਿੱਲਿਆਂ ਵਾਲੇ ਸਿੱਖ ਤੋਂ ਪਕੌੜੇ ਤੇ ਸ਼ਰਾਬ ਦੀ ਬੋਤਲ ਮੰਗਵਾਉਂਦਿਆਂ ਨੂੰ ਮੈਂ ਕਈ ਵਾਰੀ ਆਪ ਵੇਖਿਆ ਹੈ। ਸਗੋਂ ਮੈਂ ਆਪ ਵੀ ਕਈ ਵਾਰ ਲਿਆ ਕੇ ਦਿੱਤੀ ਹੈ, ਤੇ ਉਹ ਵੀ ਆਪਣੀ ਹੀ ਜ਼ਮੀਨ ਦੀ ਫਰਦ ਲੈਣ ਵਾਸਤੇ। ਸਾਡੇ ਪਿੰਡ ਦੀ ਜ਼ਮੀਨ ਇੱਕ ਵਾਰ ਇੰਪਰੂਵਮੈਂਟ ਟਰਸਟ ਵੱਲੋਂ ਐਕਵਾਇਰ ਕਰਨ ਦੀ ਅਫਵਾਹ ਉੱਡ ਗਈ। ਪਿੰਡ ਦੇ ਸਰਪੰਚ, ਨੰਬਰਦਾਰ ਤੇ ਹੋਰ ਠੀਕ ਠਾਕ 7-8 ਜ਼ਿਮੀਂਦਾਰਾਂ ਨਾਲ ਮੈਂ ਵੀ ਮਹਿਕਮਾ ਟਾਊਨ ਪਲੈਨਿੰਗ ਦੇ ਦਫ਼ਤਰ ਗਿਆ। ਸਰਪੰਚ, ਨੰਬਰਦਾਰ ਅਤੇ ਮੈਨੂੰ ਪਤਾ ਕਰਨ ਲਈ ਅੰਦਰ ਭੇਜਿਆ ਗਿਆ ਤਾਂ ਪੁੱਛਦੇ ਕਰਦੇ ਅਸੀਂ ਡਰਾਇੰਗ ਸੈਕਸ਼ਨ ਵਿੱਚ ਜਾ ਕੇ ਨਵੀਂ ਬਣੀ ਸਕੀਮ ਬਾਰੇ ਪੁੱਛਿਆ ਤਾਂ ਇੱਕ ਬਾਊ ਆਪਣੀ ਕੁਰਸੀ ਤੋਂ ਉੱਠਿਆ ਤੇ ਸਾਨੂੰ ਧੱਕ ਕੇ ਦਰਵਾਜ਼ਿਓਂ ਬਾਹਰ ਲਿਆਇਆ। ਫਿਰ ਉਸਨੇ ਕਿਹਾ, ਤੁਹਾਡਾ ਅੰਦਰ ਹੋਣ ਦਾ ਇਰਾਦਾ ਤੇ ਨਹੀਂ, ਤੁਸੀਂ ਇੱਥੇ ਆ ਕਿਵੇਂ ਗਏ? ਉਸਨੇ ਉੱਥੇ ਖੜੇ ਚਪੜਾਸੀ ਨੂੰ ਬੜਾ ਡਾਂਟਿਆ ਤੇ ਚਪੜਾਸੀ ਸਾਡੇ ਤੇ ਵਰ ਪਿਆ। ਤੁਸਾਂ ਕਿੱਧਰ ਮੂੰਹ ਚੁੱਕਿਆ ਬਈ? ਇੱਥੇ ਤਾਂ ਚਿੜੀ ਪਰ ਨਹੀਂ ਮਾਰਦੀ, ਤੁਸੀਂ ਰਵਾਂ ਰਵੀ ਅੰਦਰ ਆ ਵੜੇ ਹੋ। ਹੈ ਮਰਨ ਦੇ ਮਸਾਲੇ ਕਿ ਨਹੀਂ? ਅੰਦਰ ਹੋਣਾ ਜੇ, ਚਲੋ ਬਾਹਰ। ਜਿਹੜੀ ਗੱਲ ਅਸੀਂ ਮਹਿਕਮੇ ਵਿੱਚੋਂ ਪਤਾ ਕਰਨ ਲਈ ਗਏ ਸੀ ਉਹ ਕੋਈ ਗੁਪਤ ਨਹੀਂ ਸੀ, ਅਖਬਾਰ ਵਿੱਚ ਪਹਿਲਾਂ ਹੀ ਆ ਚੁੱਕੀ ਸੀ ਤੇ ਉੱਥੋਂ ਹੀ ਸਾਨੂੰ ਪਤਾ ਲੱਗੀ ਸੀ। ਫਿਰ ਇਸ ਕਿਸਮ ਦੀਆਂ ਸਕੀਮਾਂ ਨੂੰ ਜਨਤਕ ਥਾਵਾਂ ਤੇ ਚਪਕਾਇਆ ਜਾਂਦਾ ਹੈ, ਜਿਵੇਂ ਤਹਿਸੀਲ, ਡੀਸੀ ਦਫ਼ਤਰ, ਮਿਊਂਸਪਲ ਕਮੇਟੀ ਦੇ ਦਫ਼ਤਰ ਵਗੈਰਾ। ਇਸ ਕਿਸਮ ਦੀ ਜਨਤਕ ਯੋਜਨਾ ਉਹ ਵੀ ਸਾਡੀ ਹੀ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਤੇ ਸਾਨੂੰ ਦਫ਼ਤਰ ਵਿੱਚ ਵੜਨ ਦਾ ਹੁਕਮ ਨਾ ਹੋਵੇ, ਹੈ ਕਿ ਨਹੀਂ ਅਚਰਜ ਗੱਲ। ਸਰਪੰਚ ਨੇ ਧੱਕਾ ਮਾਰ ਕੇ ਚਪੜਾਸੀ ਨੂੰ ਪਰਾਂ ਕੀਤਾ ਤੇ ਬਾਊ ਨੂੰ ਜਾ ਕਾਲਰੋਂ ਫੜਿਆ, ਜਿਹੜਾ ਸਾਨੂੰ ਬਾਹਰ ਕਢਵਾ ਕੇ ਆਪ ਆਪਣੀ ਕੁਰਸੀ ਤੇ ਜਾ ਬੈਠਾ ਸੀ। ਅਸਾਂ ਕਿਹਾ, ਤੇਰਾ ਅਫਸਰ ਕਿਹੜਾ ਹੈ, ਸਾਨੂੰ ਮਿਲਾ। ਉਸ ਨੂੰ ਕਾਲਰ ਤੋਂ ਫੜ ਕੇ ਹੀ ਅਸੀਂ ਸੁਪਰਡੈਂਟ ਦੇ ਕਮਰੇ ਵਿੱਚ ਲੈ ਗਏ, ਜਿਹੜਾ ਸਾਰਾ ਦਫ਼ਤਰ ਲੰਘ ਕੇ ਅਖੀਰ ਤੇ ਕੈਬਨ ਵਿੱਚ ਬੈਠਾ ਸੀ। ਦਫ਼ਤਰ ਸੁਪਰਡੈਂਟ ਨੇ ਕਿਹਾ, ਤੁਸਾਂ ਮੈਨੂੰ ਮਿਲਣਾ ਸੀ। ਅਸਾਂ ਕਿਹਾ, ਤੂੰ ਤਾਂ ਸਾਰੇ ਦਫ਼ਤਰ ਦੇ ਅਖੀਰ ਤੇ ਬੈਠਾ ਹੈ, ਤੇਰੇ ਤੱਕ ਪਹੁੰਚਣ ਲਈ ਵੀ ਤਾਂ ਦਫ਼ਤਰ ਦੇ ਅੰਦਰ ਹੀ ਆਉਣਾ ਪੈਣਾ ਸੀ ਕਿ ਹਵਾ ਥਾਣੀ ਕੋਈ ਅੰਦਰ ਆ ਸਕਦਾ ਹੈ। ਅਸਾਂ ਉਸ ਨੂੰ ਪੁੱਛਿਆ, ਇਹ ਦਫ਼ਤਰ ਫੌਜ ਦਾ ਹੈ? ਕੀ ਇੱਥੇ ਫੌਜੀ ਨਕਸ਼ੇ ਬਣਦੇ ਹਨ ਜਾਂ ਅਸਲਾ ਤਿਆਰ ਹੁੰਦਾ? ਇਹ ਗੱਲ ਦੱਸ, ਅਸੀਂ ਪਾਕਿਸਤਾਨ ਦੇ ਜਾਸੂਸ ਹਾਂ? ਸਾਡੀ ਜ਼ਮੀਨ ਅਕਵਾਇਰ ਹੋਵੇ ਤੇ ਅਸੀਂ ਉਹਦਾ ਪਤਾ ਵੀ ਨਹੀਂ ਕਰ ਸਕਦੇ। ਬਕਾਇਦਾ ਪੁਲਿਸ ਆਈ ਤੇ ਇਹ ਮਾਮਲਾ ਸਾਨੂੰ ਸੱਚਾ ਤੇ ਉਸ ਕਲਰਕ ਨੂੰ ਝੂਠਾ ਕਰਾਰ ਦੇ ਕੇ ਹੱਲ ਹੋਇਆ। ਪਰ ਜ਼ਮੀਨ ਦੀ ਕੀ ਸਕੀਮ ਤਿਆਰ ਹੋਈ ਹੈ, ਇਸ ਦਾ ਪਤਾ ਸਾਨੂੰ ਫਿਰ ਵੀ ਨਾ ਲੱਗਾ। ਜਦੋਂ ਮੈਂ 5ਵੀਂ ਕਲਾਸ ਵਿੱਚ ਪੜ੍ਹਦਾ ਸਾਂ ਤਾਂ ਸਕੂਲ ਦੀਆਂ ਬਹੁਤ ਸਾਰੀਆਂ ਘਟਨਾਵਾਂ ਮੈਨੂੰ ਹੁਣ ਵੀ ਜਿਉਂ ਦੀਆਂ ਤਿਉਂ ਯਾਦ ਹਨ। ਮੇਰੇ ਸਕੂਲ ਦਾ ਨਾਂ ਸਨਾਤਨ ਧਰਮ ਹਾਈ ਸਕੂਲ ਬਸਤੀ 9 ਜਲੰਧਰ ਸੀ। ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕੱਟੜ ਮਹਾਸ਼ਿਆਂ ਦਾ ਸਕੂਲ ਸੀ। ਸੰਨ 1956-57 ਵਿੱਚ ਕੋਈ ਬਹੁਤੇ ਸਕੂਲ ਵੀ ਨਹੀਂ ਸਨ ਹੁੰਦੇ। ਮੇਰਾ ਕਿਸਾਨ ਪਰਿਵਾਰ ਸਕੂਲ ਦੇ ਮਾਸਟਰਾਂ ਦੇ ਘਰ ਕੋਈ ਨਾ ਕੋਈ ਚੀਜ਼ ਘੱਲੀ ਰੱਖਦਾ। ਕਦੇ ਕਿਸੇ ਮਾਸਟਰ ਦੇ ਘਰ ਮਕਈ ਦੀਆਂ ਛੱਲੀਆਂ, ਮਕਈ ਜਾਂ ਕਣਕ ਦਾ ਆਟਾ, ਕਿਸੇ ਦੇ ਘਰ ਗੰਨੇ, ਕਿਸੇ ਦੇ ਘਰ ਸਾਗ ਤੇ ਮੱਖਣ। ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾਂਦਾ ਸੀ ਕਿ ਮਾਸਟਰ ਮੈਨੂੰ ਚੰਗੀ ਤਰ੍ਹਾਂ ਪੜ੍ਹਾਉਣ ਤੇ ਮਾਰਨ ਵੀ ਨਾ। ਸ਼ਾਇਦ ਇਸੇ ਕਰਕੇ ਹੀ ਮੈਨੂੰ ਕਲਾਸ ਦਾ ਮਨੀਟਰ ਬਣਾ ਦਿੱਤਾ ਗਿਆ ਸੀ, ਨਹੀਂ ਤਾਂ ਮੈਂ ਏਡਾ ਲਾਇਕ ਨਹੀਂ ਸਾਂ। ਇਹ ਛੱਲੀਆਂ ਗੰਨਿਆਂ ਦਾ ਹੀ ਅਸਰ ਸੀ ਕਿ ਸਕੂਲ ਦੀਆਂ ਮਾਸਟਰਾਣੀਆਂ ਮੈਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਰੋਟੀ ਖਵਾ ਦਿੰਦੀਆਂ ਸਨ। ਜਦੋਂ ਕਿਸੇ ਮਾਸਟਰ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ, ਮੇਰੇ ਹੱਥ ਸੁਨੇਹਾ ਘੱਲ ਦਿੰਦੇ ਤੇ ਦੂਜੇ ਦਿਨ ਉਹੀ ਚੀਜ਼ ਉਹਨਾਂ ਦੇ ਘਰ ਪਹੁੰਚ ਜਾਂਦੀ। ਮੈਨੂੰ ਕਦੇ ਕੁੱਟ ਨਹੀਂ ਸੀ ਪਈ, ਪਰ ਮੇਰੇ ਸਾਹਮਣੇ ਦੂਜੇ ਮੁੰਡਿਆਂ ਨੂੰ ਪੈਂਦੀ ਕੁੱਟ ਚੇਤੇ ਕਰਕੇ ਹੁਣ ਵੀ ਮੇਰੇ ਹੱਡ ਦੁਖਣ ਲੱਗ ਪੈਂਦੇ ਹਨ। ਉਸ ਸਕੂਲ ਵਿੱਚ ਸਿੱਖਾਂ ਦੇ ਕੋਈ 30 ਕੁ ਮੁੰਡੇ ਹੋਣਗੇ। ਮਾਸਟਰਾਂ ਨੇ ਉਹਨਾਂ ਸਾਰਿਆਂ ਦਾ ਸਾਂਝਾ ਨਾਂ ਜੁੰਡੇ ਰੱਖਿਆ ਹੋਇਆ ਸੀ। ਜਦੋਂ ਕੁਰਸੀ ਛਾਵੇਂ ਮੰਗਵਾਉਣੀ ਹੁੰਦੀ ਤਾਂ ਮਾਸਟਰ ਲਾਗੋਂ ਤੁਰੇ ਜਾਂਦੇ, ਕਿਸੇ ਸਿੱਖ ਮੁੰਡੇ ਨੂੰ ਕਹਿੰਦੇ, ਓਏ ਜੁੰਡੇ ਜਾ, ਉਹ ਕੁਰਸੀ ਲਿਆ ਕੇ ਛਾਵੇਂ ਰੱਖ। ਉਹ ਮੁੰਡਾ ਬੜਾ ਖੁਸ਼ ਹੋ ਜਾਂਦਾ ਤੇ ਕੁਰਸੀ ਚੁੱਕ ਲਿਆਉਂਦਾ। ਬੱਚੇ ਤਾਂ ਮਾਸਟਰ ਦਾ ਆਖਿਆ ਹੋਇਆ ਕੰਮ ਬੜੇ ਚਾਅ ਨਾਲ ਕਰਦੇ। ਕਦੇ ਭਾਰੀ ਚੀਜ਼ ਚੁੱਕ ਕੇ ਲਿਆਉਣੀ ਹੁੰਦੀ ਤਾਂ ਮਾਸਟਰ ਨੇ ਕਹਿਣਾ, ਓਏ ਜੁੰਡਿਓ, 2 ਜਾਣੇ ਜਾਓ, ਤੁਸੀਂ ਚਲੇ ਜਾਓ ਤੇ ਰਮੇਸ਼ ਤੇ ਜਸ਼ ਤੁਸੀਂ ਵੀ ਜਾਓ ਤੇ ਮੇਜ਼ ਚੁੱਕ ਕੇ ਲਿਆਓ।
ਸਾਡੇ ਮਾਸਟਰਾਂ ਦੀ ਨਜ਼ਰ ਵਿੱਚ ਸਾਰੇ ਸਿੱਖ ਮੁੰਡੇ ਜੁੰਡੇ ਸਨ ਤੇ ਅਸੀਂ ਬੇਵਕੂਫ ਸਭ ਕਾਸੇ ਤੋਂ ਬੇਖਬਰ ਬੜੇ ਖੁਸ਼ ਸਾਂ। ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਉਹਨਾਂ ਨੂੰ ਕਲਕੱਤੇ ਦੇ ਰਹਿਣ ਵਾਲੇ ਲੋਕਾਂ ਕੋਲੋਂ ਬੜੀ ਬਾਸ ਆਇਆ ਕਰੇ, ਕਿਉਂਕਿ ਬੰਗਾਲੀ ਹਰ ਵੇਲੇ ਮੱਛੀ ਖਾਂਦੇ ਹਨ ਤੇ ਮੱਛੀ ਖਾਣ ਵਾਲੇ ਕੋਲੋਂ ਮੱਛੀ ਵਰਗੀ ਬੋ ਜ਼ਰੂਰ ਆਉਂਦੀ ਹੈ। ਸ਼ਬਦ ਬੋ ਉੱਥੋਂ ਹੀ ਬਣਿਆ ਹੈ ਤੇ ਬੋ ਤੋਂ ਬਾਬੂ ਸ਼ਬਦ ਹੋਂਦ ਵਿੱਚ ਆਇਆ, ਕਿਉਂਕਿ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਪਹਿਲਾਂ ਕਿਸੇ ਵੀ ਡਿਕਸ਼ਨਰੀ ਵਿੱਚ ਬੋ ਜਾਂ ਬਾਬੂ ਸ਼ਬਦ ਨਹੀਂ ਮਿਲਦਾ। ਬਾਬੂ ਦਾ ਤਕਨੀਕੀ ਅਰਥ ਹੈ ਬੋ ਸਹਿਤ, ਪਰ ਕਿਉਂਕਿ ਬਾਬੂ ਸ਼ਬਦ ਹਕੂਮਤ ਕਰਨ ਵਾਲੇ ਅੰਗਰੇਜ਼ਾਂ ਦੇ ਮੂੰਹੋਂ ਨਿਕਲਿਆ ਸੀ, ਇਸ ਲਈ ਬੰਗਾਲੀਆਂ ਵਿੱਚ ਬੜਾ ਹਰਮਨ ਪਿਆਰਾ ਹੋ ਗਿਆ। ਹੁਣ ਤਾਂ ਇੱਥੋਂ ਤੱਕ ਕਿ ਜੇ ਕਿਸੇ ਬੰਗਾਲੀ ਨੂੰ ਬਾਬੂ ਨਾ ਕਿਹਾ ਜਾਵੇ ਤਾਂ ਉਹ ਗੁੱਸਾ ਕਰਦਾ ਹੈ। ਸਿੱਖਾਂ ਦਾ ਸ਼ਬਦ ਸਰਦਾਰ ਜੀ ਵੀ ਅੱਜ ਕੱਲ੍ਹ ਇਸੇ ਸੰਦਰਭ ਵਿੱਚ ਹੀ ਹੈ, ਕਿਉਂਕਿ ਸਪਸ਼ਟ ਸਮਝ ਆਉਂਦੀ ਹੈ ਕਿ ਜਦੋਂ ਬਿਹਾਰ ਦੇ ਮਜ਼ਦੂਰ ਆਉਂਦੇ ਹਨ ਤਾਂ ਉਹ ਸਾਰੇ ਪੰਜਾਬੀਆਂ ਨੂੰ ਸਰਦਾਰ ਜੀ ਕਹਿੰਦੇ ਹਨ। ਕਈ ਬਿਹਾਰੀ ਭਈਏ ਕਿਸੇ ਹਿੰਦੂ ਦੇ ਕਾਰਖਾਨੇ ਲੱਗੇ ਹੁੰਦੇ ਹਨ, ਜੇ ਉਹਨਾਂ ਨੂੰ ਪੁੱਛੋ ਕਹਾਂ ਕੰਮ ਕਰਤੇ ਹੋ ਤਾਂ ਉਹ ਕਹਿੰਦੇ ਹਨ ਮਦਨ ਸਰਦਾਰ ਕੇ ਕਾਰਖਾਨਾ ਮੇਂ। ਇਸੇ ਤਰ੍ਹਾਂ ਹੀ ਯੂਪੀ ਤੇ ਬਿਹਾਰ ਦੇ ਸਾਰੇ ਲੋਕਾਂ ਨੂੰ ਭਈਆ ਸ਼ਬਦ ਬੜਾ ਵਧੀਆ ਲੱਗਦਾ ਹੈ। ਬਾਬੂ ਆਖਣ ਤੇ ਬੰਗਾਲੀ ਖੁਸ਼ ਹੁੰਦਾ ਹੈ। ਜੇ ਕਿਸੇ ਦਲਿਤ ਨੂੰ ਚੌਧਰੀ ਕਹਿ ਦਈਏ ਤਾਂ ਉਹਦੀ ਅੱਡੀ ਜ਼ਮੀਨ ਤੇ ਨਹੀਂ ਲੱਗਦੀ। ਬਿਲਕੁਲ ਇਸੇ ਤਰ੍ਹਾਂ ਹੀ ਸਿੱਖ ਨੂੰ ਸਰਦਾਰ ਜੀ ਕਹਿ ਦਿਓ ਤਾਂ ਉਹ ਫੁੱਲ ਜਾਂਦਾ ਹੈ। ਪਰ ਇਹ ਹੈ ਸਿਰਫ ਸੰਬੋਧਨ ਹੀ। ਇੱਕ ਸ਼ਹਿਰੀ ਸਿੱਖ ਬੜੀ ਬਹਿਸ ਕਰੇ ਆਖੇ ਗੁਰੂ ਜੀ ਨੇ ਸਾਨੂੰ ਸਰਦਾਰ ਬਣਾਇਆ ਹੈ ਤੇ ਇਹ ਗੱਲ ਸਾਡੇ ਲਈ ਅੱਜ ਫਖਰ ਮਹਿਸੂਸ ਕਰਨ ਦੀ ਹੈ। ਕਰੀ ਜਾਓ ਫਖਰ, ਤੁਹਾਨੂੰ ਫਖਰ ਕਰਨ ਤੋਂ ਕੌਣ ਰੋਕਦਾ ਹੈ। ਪਰ ਰਾਜਪੁਰਿਓਂ ਅਗਾਂਹ ਲੰਘ ਜਾਓ, ਉੱਥੇ ਆਮ ਸੁਣਨ ਨੂੰ ਮਿਲਦਾ ਹੈ ਓਏ ਸਰਦਾਰ ਬਹਿਨ ਚੋ ਕਹਾਂ ਘੁੰਮ ਰਹਾ ਹੈ, ਤੇਰੇ ਬਾਪ ਕੀ ਸੜਕ ਹੈ ਕਿਆ। ਕਈ ਵਾਰ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਹੈ ਉਹ ਸਰਦਾਰ ਸਾਲੇ ਲਾਈਨ ਮੇਂ ਖੜਾ ਹੋ। ਜਦੋਂ ਮੈਂ 6ਵੀਂ ਵਿੱਚ ਪੜ੍ਹਦਾ ਸਾਂ ਤਾਂ ਇੱਕ ਵੇਦ ਪ੍ਰਕਾਸ਼ ਨਾਂ ਦਾ ਨਵਾਂ ਮਾਸਟਰ ਪਹਿਲੇ ਦਿਨ ਹੀ ਸਾਡੀ ਕਲਾਸ ਵਿੱਚ ਆਇਆ। ਸਾਡੀ ਕਲਾਸ ਉੱਠ ਕੇ ਖਲੋ ਗਈ ਤੇ ਉੱਚੀ ਸਾਰੀ ਸਾਰਿਆਂ ਨੇ ਆਖਿਆ ਨਮਸਤੇ ਮਾਸਟਰ ਜੀ, ਪਰ ਉਹਨੇ ਸਾਡੀ ਨਮਸਤੇ ਵੱਲ ਕੋਈ ਧਿਆਨ ਨਾ ਦਿੱਤਾ ਤੇ ਦਲਜੀਤ ਨਾਂ ਦੇ ਇੱਕ ਮੁੰਡੇ ਨੂੰ ਜੂੜੇ ਤੋਂ ਫੜ ਕੇ ਥੱਲੇ ਸੁੱਟ ਲਿਆ। ਮਾਸਟਰ ਵੇਦ ਪ੍ਰਕਾਸ਼ ਨੇ ਲੱਤਾਂ ਮੁੱਕਿਆਂ ਤੇ ਕਸੂਨਾਂ ਨਾਲ ਉਹਨੂੰ ਬਹੁਤ ਕੁੱਟਿਆ। ਉਹਦੇ ਸਾਰੇ ਲੀੜੇ ਮਿੱਟੀ ਨਾਲ ਭਰ ਗਏ। ਫਿਰ ਉਹਨੇ ਉਹਨੂੰ ਲੱਤਾਂ ਥੱਲਿਓਂ ਦੀ ਕੰਨ ਫੜਾ ਕੇ ਮੁਰਗਾ ਬਣਾ ਦਿੱਤਾ ਤੇ ਉਹਦੇ ਲੱਕ ਵਿੱਚ ਇੰਨੀਆਂ ਕੂਣੀਆਂ ਮਾਰੀਆਂ ਕਿ ਉਹ ਮੂੰਹ ਪਰਨੇ ਜ਼ਮੀਨ ਤੇ ਡਿੱਗ ਪਿਆ। ਫਿਰ ਮਾਸਟਰ ਵੇਦ ਪ੍ਰਕਾਸ਼ ਨੇ ਇੱਕ ਮੁੰਡੇ ਕੋਲੋਂ ਪਾਣੀ ਮੰਗਵਾਇਆ ਤੇ ਆਪਣੇ ਹੱਥ ਧੋਤੇ। ਪਹਿਲਾਂ ਵੀ ਸਾਰੇ ਮਾਸਟਰ ਜਦੋਂ ਕਿਸੇ ਸਿੱਖ ਦਾ ਜੂੜਾ ਫੜ ਕੇ ਹਿਲਾਉਂਦੇ ਸਨ ਤਾਂ ਹੱਥ ਜ਼ਰੂਰ ਧੋਂਦੇ ਸਨ। ਬਹੁਤ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹ ਹੱਥ ਇਸ ਕਰਕੇ ਧੋਂਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਇਹਨਾਂ ਦੇ ਵਾਲ ਬਹੁਤ ਗੰਦੇ ਤੇ ਬਦਬੂਦਾਰ ਹੁੰਦੇ ਹਨ, ਇਸ ਲਈ ਜੂੜੇ ਨੂੰ ਪੁੱਟਣ ਤੋਂ ਬਾਅਦ ਹੱਥ ਧੋਣੇ ਜ਼ਰੂਰੀ ਸਨ। ਸਾਰੀ ਕਲਾਸ ਹੈਰਾਨ ਸੀ ਆਖਰ ਦਲਜੀਤ ਨੇ ਕੀਤਾ ਕੀ ਸੀ ਜਿਹਦੇ ਕਰਕੇ ਉਹਨੂੰ ਇੰਨੀ ਕੁੱਟ ਪਈ। ਦਲਜੀਤ ਬਹੁਤ ਹੀ ਭਲਾ ਮਾਨਸ ਤੇ ਸੰਜੀਦਾ ਮੁੰਡਾ ਸੀ। ਉਹਦੀ ਡਰਾਇੰਗ ਸਾਡੇ ਡਰਾਇੰਗ ਮਾਸਟਰ ਤੋਂ ਵੀ ਚੰਗੀ ਸੀ, ਜਾਂ ਕਹਿ ਲਵੋ ਕਿ ਉਹ ਇੱਕ ਕਲਾਕਾਰ ਸੀ। ਉਹਨੇ ਕਈ ਮਾਸਟਰਾਂ ਦੇ ਪੋਰਟਰੇਟ ਬਣਾ ਕੇ ਉਹਨਾਂ ਨੂੰ ਦਿਖਾਏ ਸਨ। ਘੋੜਾ, ਗਾਂ, ਕਾਰ ਤੇ ਇਸ ਤਰ੍ਹਾਂ ਦੀਆਂ ਕਈ ਹੋਰ ਚੀਜ਼ਾਂ ਦੇ ਚਿੱਤਰ ਬਣਾਉਣੇ ਉਹਦੇ ਖੱਬੇ ਹੱਥ ਦਾ ਕੰਮ ਸੀ। ਅੱਜ ਮੈਂ ਕਹਿ ਸਕਦਾ ਹਾਂ ਕਿ ਉਹ ਇੱਕ ਨਿੱਕਾ ਕਲਾਕਾਰ ਸੀ। ਇੱਕ ਦਿਨ ਬਹੁਤ ਸਾਰੇ ਮਾਸਟਰ ਸਟਾਫ ਰੂਮ ਵਿੱਚ ਬੈਠੇ ਸਨ। ਮੇਰੇ ਕੋਲੋਂ ਉਹਨਾਂ ਨੇ ਇੱਕ ਜੱਗ ਪਾਣੀ ਮੰਗਵਾਇਆ। ਮੈਨੂੰ ਅਥਾਹ ਖੁਸ਼ੀ ਹੋਈ ਕਿਉਂਕਿ ਗੁਲਾਮਾਂ ਜਿਹਾਂ ਕੋਲੋਂ ਜੇ ਕੋਈ ਕੰਮ ਕਰਵਾਵੇ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਗਲਾਸਾਂ ਵਿੱਚ ਪਾਣੀ ਪਾ ਕੇ ਸਾਰੇ ਮਾਸਟਰਾਂ ਨੂੰ ਫੜਾ ਰਿਹਾ ਸਾਂ। ਮਾਸਟਰ ਵੇਦ ਪ੍ਰਕਾਸ਼ ਦੂਜੇ ਮਾਸਟਰਾਂ ਨੂੰ ਦੱਸ ਰਿਹਾ ਸੀ ਇਹ ਮੇਰੇ ਪੜ੍ਹਾਈ ਦੇ ਧੰਦੇ ਦਾ ਪਹਿਲਾ ਦਿਨ ਸੀ। ਮੇਰੇ ਚਾਚਾ ਜੀ ਜੋ ਬਹੁਤ ਚੰਗੇ ਮਾਸਟਰ ਸਾਬਤ ਹੋਏ ਹਨ ਨੇ ਮੈਨੂੰ ਇਹ ਗੁਰ ਦੱਸਿਆ ਸੀ ਕਿ ਪਹਿਲੇ ਦਿਨ ਜਾਂਦਿਆਂ ਹੀ ਇੱਕ ਮੁੰਡੇ ਨੂੰ ਇੰਨਾ ਮਾਰੋ ਕਿ ਬਾਕੀ ਸਾਰਿਆਂ ਨੂੰ ਕੰਨ ਹੋ ਜਾਣ। ਇੱਕ ਮਾਸਟਰ ਨੇ ਪੁੱਛਿਆ ਪਰ ਤੁਸਾਂ ਦਲਜੀਤ ਨੂੰ ਹੀ ਕਿਉਂ ਚੁਣਿਆ? ਤਾਂ ਉਹਨੇ ਕਿਹਾ ਇੱਕ ਤਾਂ ਉਹ ਪਹਿਲੇ ਡੈਸਕ ਤੇ ਰਾਹ ਦੇ ਨਾਲ ਬੈਠਾ ਸੀ, ਨਾਲੇ ਸਿੱਖ ਦੀ ਹੱਡੀ ਬੜੀ ਪੱਕੀ ਹੁੰਦੀ। ਜਿੰਨਾ ਮੈਂ ਉਹਨੂੰ ਕੁੱਟਿਆ ਕੋਈ ਹੋਰ ਮੁੰਡਾ ਹੁੰਦਾ ਤਾਂ ਮਰ ਹੀ ਜਾਂਦਾ, ਪਰ ਉਹ ਚੰਗਾ ਭਲਾ ਰਿਹਾ। ਹੰਕਾਰਿਆ ਹੋਇਆ ਮਾਸਟਰ ਵੇਦ ਪ੍ਰਕਾਸ਼ ਇਹ ਗੱਲ ਆਪਣੀ ਬੜੀ ਵੱਡੀ ਪ੍ਰਾਪਤੀ ਵਜੋਂ ਦੱਸ ਰਿਹਾ ਸੀ।
ਦੂਜੇ ਦਿਨ ਦਲਜੀਤ ਸਕੂਲ ਆਇਆ ਤਾਂ ਬੜਾ ਅਣਮਨਾ ਜਿਹਾ ਸੀ। ਤੀਜੋ ਕੁ ਦਿਨ ਉਸ ਨੂੰ ਬੁਖਾਰ ਚੜ੍ਹਨ ਲੱਗ ਪਿਆ। ਉਹ ਹੌਲੀ ਹੌਲੀ ਤੇ ਅੱਗੇ ਨੂੰ ਝੁੱਕ ਕੇ ਤੁਰਦਾ ਸੀ ਤੇ ਤੁਰਦਾ ਹੋਇਆ ਵੀ ਲੱਤਾਂ ਨੂੰ ਘੜੀਸ ਘੜੀਸ ਕੇ ਤੁਰਦਾ। 20 ਕੁ ਦਿਨਾਂ ਬਾਅਦ ਉਹ ਤੁਰਿਆ ਜਾਂਦਾ ਡਿੱਗ ਪਿਆ। ਸਾਡੇ ਛੋਟੇ ਹੈੱਡਮਾਸਟਰ ਭਗਵਾਨ ਦਾਸ ਨੇ ਰਿਕਸ਼ੇ ਤੇ ਬਹਾ ਕੇ ਉਹਨੂੰ ਘਰ ਭੇਜ ਦਿੱਤਾ। ਉਹਦਾ ਘਰ ਬਸਤੀਆਂ ਅੱਡੇ ਕੋਲ ਬਿਲਕੁਲ ਮੇਰੇ ਰਾਹ ਵਿੱਚ ਪੈਂਦਾ ਸੀ। ਕਈ ਵਾਰ ਅਸੀਂ ਇਕੱਠੇ ਹੀ ਸਕੂਲ ਆਉਂਦੇ ਹੁੰਦੇ ਸਾਂ। ਉਹਦਾ ਪਿਓ ਡਾਕੀਆ ਸੀ ਤੇ ਮਾਂ ਬੈਂਕ ਵਿੱਚ ਚਪੜਾਸਨ ਸੀ। ਦੂਜੇ ਦਿਨ ਸਕੂਲ ਆਉਣ ਲੱਗਾ ਮੈਂ ਉਹਦੇ ਘਰ ਗਿਆ। ਜਿਸ ਸੜਕ ਤੋਂ ਮੈਂ ਸਕੂਲ ਆਉਂਦਾ ਸਾਂ, ਦਲਜੀਤ ਦੇ ਘਰ ਦਾ ਦਰਵਾਜ਼ਾ ਬਿਲਕੁਲ ਉਹ ਸੜਕ ਤੇ ਖੁੱਲਦਾ ਸੀ। ਮੈਂ ਕਮਰੇ ਵਿੱਚ ਗਿਆ ਤਾਂ ਉਹਦੀ ਮਾਂ ਨਾਲੇ ਰੋ ਰਹੀ ਸੀ, ਨਾਲੇ ਉਹਦੀਆਂ ਲੱਤਾਂ ਨੂੰ ਬੜੇ ਸੰਘਣੇ ਤੇ ਬਦਬੂਦਾਰ ਤੇਲ ਮਾਲਿਸ਼ ਕਰ ਰਹੀ ਸੀ। ਆਉਂਦਾ ਜਾਂਦਾ ਬਾਹਰ ਧੁੱਪੇ ਮੰਜੇ ਤੇ ਪਏ ਦਲਜੀਤ ਕੋਲ ਜ਼ਰੂਰ ਰੁਕਦਾ। ਜਹਾਲਤ ਉਦੋਂ ਇੰਨੀ ਸੀ ਕਿ ਉਹਦੇ ਮਾਂ ਪਿਓ ਨੇ ਇੱਕ ਵਾਰ ਵੀ ਸਕੂਲ ਜਾ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਖਰ ਦਲਜੀਤ ਨੂੰ ਹੋਇਆ ਕੀ। ਦਲਜੀਤ ਵਿਚਾਰਾ ਤਾਂ ਬੱਚਾ ਸੀ। ਉਦੋਂ ਮਾਂ ਪਿਓ ਇੰਨੇ ਜਾਲ ਹੁੰਦੇ ਸਨ ਕਿ ਕਦੇ ਵੀ ਬੱਚੇ ਦੇ ਸਕੂਲ ਜਾ ਕੇ ਉਹਦੀ ਪੜ੍ਹਾਈ ਬਾਰੇ ਪੁੱਛ-ਗਿੱਛ ਨਹੀਂ ਸਨ ਕਰਦੇ। 10ਵੀਂ ਤੱਕ ਮੈਂ ਕਦੇ ਵੀ ਕਿਸੇ ਬੱਚੇ ਦੇ ਮਾਂ ਪਿਓ ਨੂੰ ਸਕੂਲ ਆਇਆ ਨਹੀਂ ਵੇਖਿਆ ਤੇ ਮੇਰਾ ਪਿਓ ਵੀ ਕਦੇ ਮੇਰੇ ਸਕੂਲ ਨਹੀਂ ਸੀ ਆਇਆ। ਜੇ ਕਿਸੇ ਨੇ ਵੱਛੀ ਵੀ ਬਾਗ ਵਿੱਚ ਚਰਨੀ ਛੱਡਣੀ ਹੋਵੇ ਤਾਂ ਕਦੇ ਕਦਾਈ ਬੰਦਾ ਜਾ ਕੇ ਉਹਦੇ ਸਿਰ ਤੇ ਹੱਥ ਫੇਰ ਆਉਂਦਾ, ਪੇਸੀ ਗੁੜ ਹੀ ਚਾਰ ਆਉਂਦਾ। ਪਰ ਇੱਥੇ ਏਦਾਂ ਨਹੀਂ ਸੀ। ਜੇ ਤਾਂ ਦਲਜੀਤ ਉਸੇ ਦਿਨ ਹੀ ਲੱਤਾਂ ਤੋਂ ਤੁਰਨੋਂ ਰਹਿ ਜਾਂਦਾ ਤਾਂ ਮਾਸਟਰ ਵੇਦ ਪ੍ਰਕਾਸ਼ ਦਾ ਨਾਂ ਲੱਗਦਾ। ਪਰ ਕਾਫੀ ਦਿਨਾਂ ਬਾਅਦ ਅਜਿਹਾ ਹੋਣ ਨੂੰ ਸਾਰਿਆਂ ਨੇ ਅਨਪੜ੍ਹਤਾ ਵਸ ਦਲਜੀਤ ਦੀ ਹੋਣੀ ਮੰਨ ਲਿਆ। ਅਸਲ ਵਿੱਚ ਜਦੋਂ ਮਾਸਟਰ ਨੇ ਉਹਦੇ ਲੱਕ ਵਿੱਚ ਠੁੱਡਾ ਮਾਰਿਆ ਤਾਂ ਉਹਦੇ ਲੱਕ ਦੀ ਹੱਡੀ ਵਿਚਲੇ ਪੱਠੇ ਘੁੱਟੇ ਗਏ ਤੇ ਹੌਲੀ ਹੌਲੀ ਕੰਮ ਕਰਨੋਂ ਹਟ ਗਏ। ਨਤੀਜਾ ਉਹਦੀਆਂ ਲੱਤਾਂ ਨੂੰ ਲਕਵਾ ਮਾਰ ਗਿਆ। ਇੱਕ ਦਿਨ ਦਲਜੀਤ ਕੱਛਾਂ ਵਿੱਚ ਫੌੜੀਆਂ ਅੜਾ ਕੇ ਤੁਰਿਆ ਜਾਂਦਾ ਮੈਨੂੰ ਅੱਡੇ ਤੇ ਮਿਲਿਆ। ਬਸ ਉਸ ਤੋਂ ਬਾਅਦ ਤਾਂ ਉਹ ਫੌੜੀਆਂ ਹੀ ਉਸ ਦਾ ਸਹਾਰਾ ਸਨ। ਜਿਹੜੇ ਭੋਲੂ ਕਿਸਮ ਦੇ ਸਿੱਖ ਇਹ ਕਹਿੰਦੇ ਹਨ ਕਿ ਪਹਿਲਾਂ ਸਿੱਖਾਂ ਨਾਲ ਕੋਈ ਨਫ਼ਰਤ ਜਾਂ ਵਿਤਕਰਾ ਨਹੀਂ ਸੀ ਹੁੰਦਾ ਕਿ ਉਹ ਬਕਵਾਸ ਨਹੀਂ ਕਰਦੇ। ਸਰਦਾਰ ਕਪੂਰ ਸਿੰਘ ਨੇ ਆਪਣੀ ਕਿਤਾਬ ਸਾਚੀ ਸਾਖੀ ਵਿੱਚ ਲਿਖਿਆ ਹੈ ਕਿ ਪਾਕਿਸਤਾਨ ਬਣਨ ਤੋਂ 2-3 ਸਾਲ ਬਾਅਦ ਦੁਸ਼ਹਿਰੇ ਵਾਲੇ ਦਿਨ ਕੁਝ ਹਿੰਦੂ ਪਰਾਤ ਵਿੱਚ ਗੋਹਾ ਪਾਈ ਫਿਰਦੇ ਸਨ ਤੇ ਦੁਸ਼ਹਿਰਾ ਗਰਾਊਂਡ ਵਿੱਚ ਲੋਕਾਂ ਨੂੰ ਕਹਿੰਦੇ ਫਿਰਦੇ ਸਨ, ਅੰਮ੍ਰਿਤਸਰ ਦੇ ਗੁਰਦੁਆਰੇ ਦਾ ਕੜਾ ਪ੍ਰਸ਼ਾਦ ਲੈ ਲਓ। ਸਰਦਾਰ ਕਪੂਰ ਸਿੰਘ ਅੰਗਰੇਜ਼ ਵੇਲੇ ਦੇ ICS ਅਫਸਰ ਸਨ। ਇਸ ਪਦਵੀ ਬਾਰੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਹਿੰਦੁਸਤਾਨ ਵਿੱਚ ਮਹਾਰਾਜਿਆਂ ਨੂੰ ਤਾਂ ਗੱਦੀਆਂ ਲਾਉਣਾ ਸੌਖਾ ਹੈ, ਪਰ ICS ਅਫਸਰ ਨੂੰ ਨੌਕਰੀ ਤੋਂ ਲਾਉਣਾ ਔਖਾ ਹੈ। ਪੰਡਤ ਜਵਾਹਰ ਲਾਲ ਨਹਿਰੂ ਨੇ ਇੱਕ ਚਿੱਠੀ ਗਵਰਨਰ ਪੰਜਾਬ ਚੰਦੂ ਲਾਲ ਤਰਵੇਦੀ ਤੇ ਡਾਕਟਰ ਗੋਪੀ ਚੰਦ ਭਾਰਗਵ ਨੂੰ ਲਿਖੀ ਕਿ ਕਪੂਰ ਸਾਹਿਬ ਦਾ ਮੱਕਾ ਕਿਉਂ ਨਹੀਂ ਠੱਪਿਆ ਜਾਂਦਾ। ਇਸ ਤਰ੍ਹਾਂ ਬਿਨਾਂ ਕਿਸੇ ਦੋਸ਼ ਲਾਏ ਦੇ ਸਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਹਾਲਾਂਕਿ ਕਾਨੂੰਨ ਅਨੁਸਾਰ ਕਿਸੇ ICS ਅਫਸਰ ਨੂੰ ਮੁਅੱਤਲ ਕੀਤਾ ਹੀ ਨਹੀਂ ਜਾ ਸਕਦਾ ਜਿੰਨਾ ਚਿਰ ਕੋਈ ਗੰਭੀਰ ਦੋਸ਼ ਪੜਤਾਲ ਕਰਨ ਪਿੱਛੋਂ ਸਾਬਤ ਨਾ ਹੋ ਜਾਵੇ। ਇਹ ਗੱਲ ਹੁਣ ਸੁਪਰੀਮ ਕੋਰਟ ਨੇ ਕਈ ਕੇਸਾਂ ਵਿੱਚ ਮੰਨੀ ਹੈ। ਪਿਛਲੇ 100 ਸਾਲਾਂ ਤੋਂ ਨਾ ਹੀ ਕੋਈ ICS ਅਫਸਰ ਮੁਅੱਤਲ ਹੋਇਆ ਸੀ ਤੇ ਨਾ ਹੀ ਕਪੂਰ ਸਿੰਘ ਤੋਂ ਬਾਅਦ ਕਿਸੇ ਨੂੰ ਹੋਰ ਅੱਜ ਤੱਕ ਮੁਅੱਤਲ ਕੀਤਾ ਗਿਆ। ਸਰਦਾਰ ਕਪੂਰ ਸਿੰਘ ਤੇ ਲਾਏ ਦੋਸ਼ਾਂ ਦੀ ਪੜਤਾਲ ਐਰਿਕ ਵੈਸਟਨ ਕਰ ਰਿਹਾ ਸੀ। ਇੱਕ ਦਿਨ ਉਸ ਨੇ ਸਰਦਾਰ ਕਪੂਰ ਸਿੰਘ ਨੂੰ ਸਿੱਧਾ ਹੀ ਕਹਿ ਦਿੱਤਾ ਕਿ ਸਰਕਾਰ ਤੁਹਾਨੂੰ ICS ਦੀ ਪਦਵੀ ਤੇ ਰੱਖਣਾ ਨਹੀਂ ਚਾਹੁੰਦੀ। 1965 ਵਿੱਚ ਸਰਦਾਰ ਗੁਰਨਾਮ ਸਿੰਘ ਨੇ, ਜਦੋਂ ਉਹ ਪੰਜਾਬ ਵਿਧਾਨ ਸਭਾ ਦੇ ਆਪੋਜੀਸ਼ਨ ਲੀਡਰ ਸਨ, ਇੱਕ ਚਿੱਠੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਲਿਖੀ ਕਿ ਹੁਣ ਜਦੋਂ ਸ੍ਰੀ ਰਘੂਪਤੀ ਕਪੂਰ ਦੇ ਕੇਸ ਵਿੱਚ ਫੈਸਲਾ ਹੋ ਗਿਆ ਹੈ ਕਿ ਸਰਕਾਰ ਕਿਸੇ ICS ਅਫਸਰ ਨੂੰ ਨਹੀਂ ਕੱਢ ਸਕਦੀ ਤਾਂ ਕਪੂਰ ਸਿੰਘ ਨੂੰ ਵੀ ਉਸ ਦੀ ਬਣਦੀ ਤਨਖਾਹ ਤੇ ਪੈਨਸ਼ਨ ਦੇ ਦਿੱਤੀ ਜਾਵੇ। ਤਾਂ ਉਸ ਚਿੱਠੀ ਦਾ ਉੱਤਰ ਲਾਲ ਬਹਾਦਰ ਸ਼ਾਸਤਰੀ ਨੇ ਇਉਂ ਦਿੱਤਾ, ਹਿੰਦ ਸਰਕਾਰ ਸਰਦਾਰ ਕਪੂਰ ਸਿੰਘ ਨੂੰ ਕੁਝ ਵੀ ਦਿਵਾਉਣ ਨੂੰ ਤਿਆਰ ਨਹੀਂ। ਕੜਾ ਕਾਨੂੰਨ ਜੋ ਵੀ ਹੋਵੇ ਸੋ ਹੋਵੇ। ਸਰਦਾਰ ਕਪੂਰ ਸਿੰਘ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਸਿੱਖ ਸੀ। ਇੱਕ ਹੋਰ ਵਾਕਿਆ ਵੀ ਲਿਖਣਯੋਗ ਹੈ।
ਮਾਸਟਰ ਤਾਰਾ ਸਿੰਘ ਦੇ ਕੇਸ ਦੀ ਪੈਰਵਾਈ ਕਰਨ ਸਰਦਾਰ ਹੁਕਮ ਸਿੰਘ, ਸਰਦਾਰ ਦਲਜੀਤ ਸਿੰਘ ਕੰਗ ਅਤੇ ਸਰਦਾਰ ਹਰਚੰਦ ਸਿੰਘ ਬਾਜਵਾ ਤਿੰਨੇ ਸਿੱਖ ਲੀਡਰ ਸ਼ਿਮਲੇ ਗਏ ਹੋਏ ਸਨ। ਉਹਨਾਂ ਨੂੰ ਸ੍ਰੀ ਐਨ ਚੈਟਰ ਦੀ ਪ੍ਰਸਿੱਧ ਵਕੀਲ ਕਹਿਣ ਲੱਗੇ, ਪੰਜਾਬ ਦੇ ਕੁਝ ਹਿੰਦੂ ਇਤਨੇ ਘਟੀਆ ਤੇ ਤੰਗ ਦਿਲ ਕਿਉਂ ਹਨ? ਮੈਨੂੰ ਹਾਈ ਕੋਰਟ ਦਾ ਜੱਜ ਜੀ.ਡੀ. ਖੋਸਲਾ ਕਹਿੰਦਾ ਹੈ ਕਿ ਤੂੰ ਹਿੰਦੂ ਹੋ ਕੇ ਮਾਸਟਰ ਤਾਰਾ ਸਿੰਘ ਦੀ ਵਕਾਲਤ ਕਰਨ ਕਿਉਂ ਗਿਆ ਹੈ? ਸਿੱਖ ਤਾਂ ਬੜੇ ਕਮਿਊਨਲ ਤੇ ਖਤਰਨਾਕ ਹਨ, ਇਹ ਤਾਂ ਮਰੇ ਹੀ ਚੰਗੇ। ਕਿਹੜਾ ਸਿੱਖ ਇਹ ਕਹਿ ਸਕਦਾ ਹੈ ਕਿ ਪਹਿਲਾਂ ਸਿੱਖਾਂ ਦੀ ਇੱਜ਼ਤ ਹੁੰਦੀ ਸੀ? ਜਿਸ ਮਾਸਟਰ ਤਾਰਾ ਸਿੰਘ ਬਾਰੇ ਇਹ ਗੱਲ ਕਹੀ ਗਈ ਹੈ, ਐਸੇ ਮਾਸਟਰ ਜੀ ਨੇ ਹੀ ਜਦੋਂ ਮੁਸਲਿਮ ਲੀਗ ਦਾ ਝੰਡਾ ਵੱਢਿਆ ਸੀ ਤਾਂ ਹਿੰਦੂਆਂ ਨੇ ਸਰਬਸੰਮਤੀ ਨਾਲ ਇਸ ਨੂੰ ਆਪਣਾ ਪ੍ਰਧਾਨ ਚੁਣ ਲਿਆ ਸੀ, ਪਰ ਆਜ਼ਾਦ ਭਾਰਤ ਵਿੱਚ ਅੰਬ ਵਾਂਗ ਚੂਪ ਕੇ ਪਰਾਂ ਮਾਰਿਆ। ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸਿੱਖਾਂ ਨੂੰ ਖਾਸ ਕਰਕੇ ਅਤੇ ਸਭ ਪੰਜਾਬ ਦੇ ਸਿੱਖਾਂ ਨੂੰ ਹੀ ਇਉਂ ਮੰਨ ਕੇ ਕਿ ਇਹ ਜਰਾਇਮ ਪੇਸ਼ਾ ਕੌਮ ਹੈ, ਜਿਤਨੀ ਹੋ ਸਕੇ ਸਖਤੀ ਇਹਨਾਂ ਉੱਤੇ ਕੀਤੀ ਜਾਵੇ। ਮਾਰਨਾ ਕੁੱਟਣਾ, ਗੋਲੀਆਂ ਨਾਲ ਮਾਰ ਸੁੱਟਣਾ ਆਦਿ ਇਹ ਕੰਮ ਸਰਕਾਰੀ ਪੱਧਰ ਉੱਤੇ ਬਿਨਾਂ ਕਾਨੂੰਨ ਨਿਆਂ ਵਿਚਾਰੇ ਦੇ ਐਸੀ ਤੱਦੀ ਨਾਲ ਕੀਤਾ ਜਾਵੇ ਕਿ ਸਿੱਖਾਂ ਨੂੰ ਹੋਸ਼ ਆ ਜਾਵੇ ਕਿ ਰਾਜਾ ਕੌਣ ਹੈ ਤੇ ਪ੍ਰਜਾ ਕੌਣ। ਚੰਦੂ ਲਾਲ ਤਰਵੇਦੀ, ਗਵਰਨਰ ਪੰਜਾਬ, ਨਵੰਬਰ 1947। ਸਰਦਾਰ ਕਪੂਰ ਸਿੰਘ ਕਿਰਤ, ਸਾਚੀ ਸਾਖੀ ਵਿੱਚੋਂ। ਇੱਕ ਮੁਲਜ਼ਮ ਜਿਸ ਦੀਆਂ ਅੱਖਾਂ ਘੁੱਟ ਕੇ ਬੱਧੀਆਂ ਹੋਈਆਂ ਸਨ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਚੀਮਾ ਅੱਗੇ ਪੇਸ਼ ਕੀਤਾ ਗਿਆ। ਅਦਾਲਤ ਨੇ ਹੁਕਮ ਦਿੱਤਾ ਕਿ ਮੁਲਜ਼ਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਜਾਣ। ਹੁਕਮ ਦੀ ਤਾਮੀਲ ਕੀਤੀ ਗਈ। ਕੇਸ ਸੁਣ ਕੇ ਅਦਾਲਤ ਨੇ ਹੁਕਮ ਦਿੱਤਾ ਕਿ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਜਾਵੇ, ਮੁੜ ਫੌਜ ਨੂੰ ਨਾ ਸੌਂਪਿਆ ਜਾਵੇ। ਇੱਕਦਮ ਇੱਕ ਜੂਨੀਅਰ ਕਮਿਸ਼ਨਰ ਅਫਸਰ ਅਦਾਲਤ ਵਿੱਚ ਘੁਸ ਆਇਆ। ਉਹਨੇ ਸਪਸ਼ਟ ਸ਼ਬਦਾਂ ਵਿੱਚ ਮੈਜਿਸਟ੍ਰੇਟ ਨੂੰ ਹਿੰਦੀ ਵਿੱਚ ਕਿਹਾ, ਗੋਲੀ ਖਾਏਗਾ ਕਿ ਰਿਮਾਂਡ ਦੇਗਾ? ਆਰਾਮ ਕਮਰੇ ਵਿੱਚ ਅਦਾਲਤ ਦੇ ਜੇਲ੍ਹ ਭੇਜਣ ਵਾਲੇ ਹੁਕਮ ਨੂੰ ਪਾੜ ਦਿੱਤਾ ਗਿਆ ਤੇ ਉਸ ਨੂੰ ਰਿਮਾਂਡ ਵਿੱਚ ਬਦਲ ਦਿੱਤਾ ਗਿਆ। ਸ੍ਰੀ ਚੀਮਾ ਨੇ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਬ੍ਰਿਗੇਡੀਅਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ। ਬ੍ਰਿਗੇਡੀਅਰ ਨੇ ਅਫਸੋਸ ਜ਼ਾਹਰ ਕੀਤਾ, ਪਰ ਗੱਲ ਉੱਥੇ ਦੀ ਉੱਥੇ ਹੀ ਰਹੀ। ਪੰਜਾਬ ਬਾਰੇ ਸੱਚ, ਸਫਾ 238। ਸਿੱਖਕ ਕੁਲਬੀਰ ਸਿੰਘ ਕੌੜਾ, ਭਾਗ 21ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।